प्यारे विद्यार्थियों, ਆਪਾਂ ਤੁਹਾਡੀ ਸਿਲੇਬਸ ਦੀ ਪਾਠ ਪੁਸਤਕ ਦੇ ਵਿੱਚੋਂ ਜੋ ਤੁਹਾਡਾ +2 ਦੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਿਹੜਾ ਸਿਲੇਬਸ ਨਿਰਧਾਰਿਤ ਕੀਤਾ ਹੈ, ਇਸ ਦੇ ਵਿੱਚ ਅਸੀਂ ਟੌਪਿਕ ਕਰ ਰਹੇ ਸੀ 4 ਨੰਬਰ ਟੌਪਿਕ ਜਿਹੜਾ ਸੀ ਵਾਕ ਦੀਆਂ ਕਿਸਮਾਂ ਤੇ ਵਾਕ ਵਟਾਂਦਰਾ। ਵਾਕ ਦੀਆਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਵੀ ਵੱਖ-ਵੱਖ ਕਿਸਮਾਂ ਹਨ ਤੇ ਪਹਿਲਾਂ ਇਹ ਤੁਹਾਨੂੰ ਮੈਂ ਚੌਥਾ ਲੈਕਚਰ ਦੇਣ ਜਾ ਰਿਹਾ। ਇਸ ਦੇ ਉੱਤੇ 3 ਲੈਕਚਰ ਪਹਿਲਾਂ ਆਪਣੇ ਹੋ ਗਏ ਨੇ। ਚੌਥੇ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਵੀ ਥੋੜੀ ਜਿਹੀ ਪਹਿਲਾਂ ਆਪਾਂ ਪੁਨਰ ਦੁਹਰਾਈ ਯਾਨੀ ਕਿ ਰੀਕੈਪਚੁਲੇਸ਼ਨ ਕਰ ਲਈਏ। ਤੁਹਾਨੂੰ ਮੈਂ ਦੱਸਿਆ ਸੀ ਵੀ ਭਾਸ਼ਾ ਜਿਹੜੀ ਹੁੰਦੀ ਹੈ ਇਸ ਦੇ ਵਿੱਚ ਅਥਾਹ ਜਿਹੜੇ ਨੇ ਉਹ ਸ਼ਬਦ ਹੁੰਦੇ ਹਨ। ਇਸ ਦੇ ਵਿੱਚ ਭਾਸ਼ਾ ਦੇ ਵਿੱਚ ਜਿਹੜਾ ਹੈ ਇੰਨੀ ਕੁ ਸਮਰੱਥਾ ਹੁੰਦੀ ਹੈ ਕਿਸੇ ਭਾਸ਼ਾ ਦੇ ਵਿੱਚ ਕਿ ਜਿਹੜੇ ਵੀ ਸ਼ਬਦ ਆਉਂਦੇ ਨੇ ਉਹ ਆਪਣੇ ਵਿੱਚ ਸਮਾ ਲੈਣ ਦੀ ਜਿਹੜੀ ਤਾਕਤ ਰੱਖਦੀ ਹੈ। ਤੇ ਪੰਜਾਬੀ ਭਾਸ਼ਾ ਦਾ ਜਿਹੜਾ ਵਿਸ਼ੇਸ਼ ਗੁਣ ਹੈ ਵੀ ਇਸ ਦੇ ਵਿੱਚ ਜੋ ਵੀ ਸ਼ਬਦ ਆਉਂਦੇ ਹਨ ਇਹ ਆਪਣੇ ਅੰਚਲ ਦੇ ਵਿੱਚ ਸਮੇਟ ਲੈਂਦੀ ਹੈ ਤੇ ਜਦੋਂ ਇਹ ਵਾਕਾਂ ਦੇ ਵਿੱਚ ਆਉਂਦੇ ਹਨ ਤਾਂ ਪ੍ਰੋਪਰ ਸਾਨੂੰ ਇਸ ਦੇ ਅਰਥ ਜਿਹੜੇ ਨੇ ਸਾਨੂੰ ਗ੍ਰਹਿਣ ਹੋ ਜਾਂਦੇ ਹਨ। ਅਸੀਂ ਜਾਣ ਜਾਂਦੇ ਹਾਂ ਵੀ ਜਿਹੜਾ ਸਰੋਤਾ ਹੈ ਉਹਨੂੰ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਤੇ ਸਰੋਤਾ ਅੱਗੇ ਜਿਹੜਾ ਹੈ ਉਹ ਸਾਨੂੰ ਕੀ ਕਹਿਣਾ ਚਾਹੁੰਦਾ ਹੈ। ਤੇ ਤੁਹਾਨੂੰ ਮੈਂ ਦੱਸਿਆ ਸੀ ਵੀ ਸਾਡਾ ਜਿਹੜਾ ਧੁਨੀ ਤੰਤਰ ਹੈ, ਆ ਜਿਹੜੇ ਸਾਡੇ ਵਰਨਮਾਲਾ ਦੇ ਜਿਹੜੇ ਲਿਪੀ ਹੈ ਇਹਨਾਂ ਨੂੰ ਲਿਪਾਂਕ ਕਿਹਾ ਜਾਂਦਾ ਹੈ। ਲਿਪਾਂਕ ਜਿਹੜੇ ਨੇ ਉਹ ਚਿੰਨ੍ਹ ਹਨ ਜਿਹੜੇ ਵੱਖ-ਵੱਖ ਧੁਨੀਆਂ ਨੂੰ ਪ੍ਰਗਟ ਕਰਦੇ ਹਨ ਤੇ ਪੰਜਾਬੀ ਦੇ ਵਿੱਚ 35 ਅੱਖਰੀ ਜਾਂ 35 ਜਿਹੜੀ ਹੈ ਉਹ ਵੱਖ-ਵੱਖ ਧੁਨੀਆਂ ਨੂੰ ਪ੍ਰਗਟ ਕਰਦੀ ਹੈ ਤੇ ਇਹਨਾਂ ਦੇ ਨਾਲ ਕੁਝ ਕੁ ਲਗਾ ਮਾਤਰਾਵਾਂ ਜਿਹੜੀਆਂ ਨੇ ਉਹ ਲੱਗਦੀਆਂ ਨੇ ਜਿਸ ਦੇ ਨਾਲ ਜਿਹੜਾ ਹੈ ਅਰਥਪੂਰਨ ਸ਼ਬਦ ਦਾ ਨਿਰਮਾਣ ਹੁੰਦਾ ਹੈ। ਇਸ ਦੇ ਵਿੱਚ ਮੁਕਤਾ ਤੋਂ ਲੈ ਕੇ ਕਨੋੜਾ ਤੱਕ ਬਿੰਦੀ ਟਿੱਪੀ ਅਦਕ ਵਗੈਰਾ ਜਿਹੜੇ ਨੇ ਆ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਹਨ ਸਾਡੇ ਅਰਥਾਂ ਨੂੰ, ਸਾਡੇ ਸ਼ਬਦਾਂ ਨੂੰ ਅਰਥਪੂਰਨ ਜਿਹੜਾ ਹੈ ਉਹ ਸ਼ਬਦ ਬਣਾਉਣ ਦੇ ਲਈ। ਤੇ ਤੁਹਾਨੂੰ ਮੈਂ ਇਹ ਵੀ ਦੱਸਿਆ ਸੀ ਵੀ ਸਾਡੇ ਜਿਹੜੇ ਵਾਕ ਨੇ ਉਹ ਆਪਣੇ ਬੰਤਰ ਦੇ ਆਧਾਰ ਤੇ ਜਿਹੜੇ ਵਾਕ ਨੇ ਉਹ 3 ਤਰ੍ਹਾਂ ਦੇ ਹਨ। ਸਧਾਰਨ ਵਾਕ, ਸਿੰਪਲ ਸੈਂਟੈਂਸਿਜ ਤੇ ਕੰਪਾਊਂਡ ਸੰਯੁਕਤ ਵਾਕ ਤੇ ਕੰਪਲੈਕਸ ਜਿਹੜੇ ਨੇ ਜਟਿਲ ਜਿਹੜੇ ਵਾਕ ਨੇ, ਪੇਚੀਦਾ ਵਾਕ ਨੇ, ਉਹਨਾਂ ਨੂੰ ਕੰਪਲੈਕਸ ਕਿਹਾ ਜਾਂਦਾ ਹੈ। ਤੇ ਰਲਵੇਂ ਮਿਲਵੇਂ ਵਾਕਾਂ ਨੂੰ ਮਿਸ਼ਰਤ ਵਾਕ ਯਾਨੀ ਕਿ ਕੰਪਾਊਂਡ ਸੈਂਟੈਂਸ ਕਿਹਾ ਜਾਂਦਾ ਹੈ। ਤੇ ਤੁਹਾਨੂੰ ਮੈਂ ਇਹ ਵੀ ਦੱਸਿਆ ਸੀ ਵੀ ਜਿਹੜੇ ਸਾਡੇ ਜਿਹੜਾ ਉਪਵਾਕ ਹੈ ਕਲਾਜਿਜ਼, ਕਿਸੇ ਵਾਕ ਨੂੰ ਦੇ ਵਿੱਚ ਉਪਵਾਕ ਹੁੰਦਾ ਹੈ ਤੇ ਉਸ ਦੇ ਅੱਗੇ ਅਧੀਨ ਵਾਕ ਹੁੰਦੇ ਹਨ। ਅਧੀਨ ਵਾਕ ਨੂੰ ਅਸੀਂ ਸਬੋਰਡੀਨੇਟ ਕਲਾਜ਼ ਕਹਿੰਦੇ ਆ ਤੇ ਮੁੱਖ ਵਾਕ ਨੂੰ ਅਸੀਂ ਉਪਵਾਕ ਨੂੰ ਅਸੀਂ ਪ੍ਰਿੰਸੀਪਲ ਕਲਾਜ਼ ਕਵਾਂਗੇ। ਤੇ ਅੱਗੇ ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਕਿ ਜਦੋਂ ਵੀ ਸਧਾਰਨ ਵਾਕ ਆਪਸ ਦੇ ਵਿੱਚ ਜੁੜਦੇ ਹਨ ਤਾਂ ਉਹਨਾਂ ਨੂੰ ਜੋ ਸ਼ਬਦ ਜੋੜਨ ਦਾ ਕੰਮ ਕਰਦੇ ਹਨ ਉਹਨਾਂ ਨੂੰ ਯੋਜਕ ਕਿਹਾ ਜਾਂਦਾ ਹੈ। ਅਧੀਨ ਯੋਜਕ ਜੋ ਕਿ ਦੋ ਵਾਕਾਂ ਨੂੰ ਆਪਸ ਦੇ ਵਿੱਚ ਜੋੜਦੇ ਹਨ, ਇਹ ਹਨ ਕਿ ਯਾਨੀ ਕੱਕੇ ਨੂੰ ਸਿਹਾਰੀ, ਜਦੋਂ, ਜੇ, ਜਿਵੇਂ, ਜਿਹੜੇ, ਜੋ ਆਦਿ, ਜਿਨ੍ਹਾਂ, ਇਹ ਵੀ ਹੈ। ਤੇ ਅਧੀਨ ਯੋਜਕ ਨੂੰ ਅੰਗਰੇਜ਼ੀ ਦੇ ਵਿੱਚ ਕੰਜੰਕਸ਼ਨ ਕਿਹਾ ਜਾਂਦਾ ਹੈ। ਕਿਸੇ ਵਾਕ ਦਾ ਵਿਸ਼ਾ ਵੀ ਹੁੰਦਾ ਹੈ ਤੇ ਉਸ ਦੇ ਵਿੱਚ ਜਿਹੜਾ ਵਿਧੇਯ ਯਾਨੀ ਕਿ ਭਵਿੱਖਬਾਣੀ ਜਿਹੜੀ ਹੈ ਉਹ ਕੀਤੀ ਹੁੰਦੀ ਹੈ। ਵਿਧੇਯ ਦਾ ਮਤਲਬ ਹੈ ਭਵਿੱਖਬਾਣੀ। ਇਸ ਨੂੰ ਜਿਹੜਾ ਹੈ ਉਹ ਭਾਸ਼ਾ ਦੇ ਵਿੱਚ ਜਿਹੜਾ ਹੈ ਨਾ ਅਹਿਮ ਸਥਾਨ ਜਿਹੜਾ ਹੈ ਉਹ ਹਾਸਲ ਹੈ।
ਤੇ ਸਪੀਚ ਯਾਨੀ ਕਿ ਅਸੀਂ ਜੋ ਬੋਲਦੇ ਹਾਂ, ਜਿਹੜੇ ਵਾਕ ਬੋਲਦੇ ਹਾਂ, ਸਪੀਚ ਦੇ ਜਿਹੜੇ ਨੇ ਉਹ ਅੰਗਰੇਜ਼ੀ ਦੇ ਵਿੱਚ ਜਿਹੜੇ ਨੇ ਉਹ ਸਪੀਚ ਦੇ 8 ਭਾਗ ਹਨ। ਇਹ ਮੈਂ ਤੁਹਾਨੂੰ ਦੱਸਿਆ ਸੀ। ਸਬਜੈਕਟ ਯਾਨੀ ਕਿ ਕਰਤਾ, ਜਿਹੜਾ ਵਿਅਕਤੀ ਕੰਮ ਕਰਦਾ ਹੈ। ਕਰਮ ਆਬਜੈਕਟ, ਕਿਰਿਆ ਵਰਬ, ਐਡਵਰਬ ਵਿਸ਼ੇਸ਼ਣ, ਵਿਸ਼ੇਸ਼ਣ ਨੂੰ ਐਡਵਰਬ, ਤੇ ਕਿਰਿਆ ਵਿਸ਼ੇਸ਼ਣ ਇਸ ਨੂੰ ਐਡਜੈਕਟਿਵ, ਤੇ ਪੂਰਵ ਸਰਗ ਇਸ ਨੂੰ ਕੰਜੰਕਸ਼ਨ ਯਾਨੀ ਕਿ ਯੋਜਕ। ਫਿਰ ਜਿਹੜਾ ਹੈ ਉਹ ਵਿਸਮਿਕ ਯਾਨੀ ਕਿ ਇੰਟਰਜੈਕਸ਼ਨ। ਜਿਹੜੇ 8 ਜਿਹੜੇ ਆ ਪਾਰਟ ਜਿਹੜੇ ਨੇ ਅੰਗਰੇਜ਼ੀ ਦੇ ਵਿੱਚ ਜਿਹੜੇ ਨੇ ਸਾਡੀ ਸਪੀਚ ਦੇ ਹਨ, ਤੇ ਪੰਜਾਬੀ ਦੇ ਵਿੱਚ ਵੀ ਇਹਨਾਂ ਦਾ ਅਹਿਮ ਯੋਗਦਾਨ ਹੈ। ਨਾਲ ਮੈਂ ਤੁਹਾਨੂੰ ਪੰਜਾਬੀ ਦੱਸੀ ਜਾਂਦੀ। ਤੇ ਹੁਣ ਜਿਹੜੇ ਆਪਾਂ ਡਿਸਕਸ ਕਰਨ ਜਾ ਰਹੇ ਹਾਂ, ਕੱਲ ਮੈਂ ਤੁਹਾਨੂੰ ਇੱਕ ਚਾਰਟ ਜਿਹੜਾ ਸੀ ਉਹ ਦਿਖਾਇਆ ਸੀ, ਤੇ ਉਹ ਚਾਰਟ ਦੇ ਬਾਰੇ ਡਿਸਕਸ ਵੀ ਕੀਤਾ ਸੀ, ਜਿਹੜਾ ਕਿ ਵਾਕ ਬਣਤਰ ਤੇ ਵਾਕ ਦੀਆਂ ਕਿਸਮਾਂ ਤੇ ਆਧਾਰਿਤ ਸੀ। ਤੇ ਅੱਜ ਆਪਾਂ ਉਹ ਜਿਹੜਾ ਚਾਰਟ ਹੈ ਉਸ ਨੂੰ ਇੱਕ ਇੱਕ ਕਰਕੇ ਅੱਗੇ ਡਿਸਕਸ ਕਰ ਰਹੇ ਹਾਂ। ਬਣਤਰ ਦੇ ਆਧਾਰ ਤੇ ਵਾਕ ਦੀਆਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਸੀ ਵੀ 3 ਕਿਸਮਾਂ ਹਨ। ਸਧਾਰਨ ਵਾਕ, ਸਧਾਰਨ ਵਾਕ ਜਿਹੜਾ ਹੈ ਉਹ ਸਧਾਰਨ, ਬੇਟਾ ਬਿਜਲੀ ਚਲੀ ਗਈ ਹੈ, ਠੀਕ ਆ ਗਈ ਬਿਜਲੀ। ਸਧਾਰਨ ਵਾਕ ਜਿਹੜਾ ਹੈ ਉਹ ਉਸ ਦੇ ਵਿੱਚ ਜਿਹੜੇ ਵਾਕ ਜਿਹੜੇ ਨੇ ਉਹ ਵੱਖ-ਵੱਖ ਉਪਵਾਕਾਂ ਦੇ ਵਿੱਚ ਜਿਹੜਾ ਨਾ ਵੰਡਿਆ ਜਾ ਸਕੇ। ਯਾਨੀ ਕਿ ਸਧਾਰਨ ਵਾਕ ਉਹ ਵਾਕ ਹੈ ਜਿਸ ਦੀ ਅੱਗੇ ਅਸੀਂ ਵੰਡ ਨਹੀਂ ਕਰ ਸਕਦੇ, ਉਸ ਦੇ ਉਪਵਾਕ ਨਹੀਂ ਬਣਾ ਸਕਦੇ, ਉਸ ਦੇ ਵਿੱਚੋਂ ਕੋਈ ਅਧੀਨ ਵਾਕ ਨਹੀਂ ਨਿਕਲਦਾ, ਅਤੇ ਜਿਸ ਵਿੱਚ ਇੱਕ ਉਦੇਸ਼ ਤੇ ਇੱਕ ਵਿਧੇਯ ਹੋਵੇ। ਇਸ ਦੇ ਵਿੱਚ ਇੱਕ ਉਦੇਸ਼ ਹੁੰਦਾ ਹੈ ਤੇ ਇੱਕ ਹੀ ਵਿਧੇਯ ਜਿਹੜਾ ਹੈ ਹੁੰਦਾ ਹੈ। ਵਿਧੇਯ ਨੂੰ ਜਿਹੜਾ ਹੈ ਅਸੀਂ ਭਵਿੱਖਬਾਣੀ ਕਹਿੰਦੇ ਆ, ਸਾਡੀ ਜਿਹੜੀ ਹੈ ਲਿੰਗੁਇਸਟਿਕਸ ਦੀ ਭਾਸ਼ਾ ਦੇ ਵਿੱਚ, ਤੇ ਇਸ ਨੂੰ ਅਸੀਂ ਅਕੇਰਾ ਵਾਕ ਵੀ ਕਹਿੰਦੇ ਆ। ਇਸ ਦੇ ਵਿੱਚ ਇੱਕ ਵਰਬ ਹੁੰਦਾ ਹੈ, ਯਾਨੀ ਕਿ ਇੱਕ ਕਿਰਿਆ ਹੁੰਦੀ ਹੈ, ਸਿਰਫ ਕਿਰਿਆ ਇੱਕ ਹੁੰਦੀ ਹੈ। ਕਿਰਿਆ ਨੂੰ ਅੰਗਰੇਜ਼ੀ ਦੇ ਵਿੱਚ ਵਰਬ ਕਿਹਾ ਜਾਂਦਾ ਹੈ। ਇਸ ਕਰਕੇ ਇਹ ਬਣਤਰ ਜਿਹੜੀ ਸਧਾਰਨ ਵਾਕ ਦੀ ਹੈ, ਨਾਮ ਵਾਕਾਂਸ਼ ਅਤੇ ਕਿਰਿਆ ਵਾਕਾਂਸ਼ ਸਧਾਰਨ ਵਾਕ ਦੇ ਲਾਜ਼ਮੀ ਤੱਤ ਹਨ। ਨਾਮ ਵਾਕਾਂਸ਼ ਯਾਨੀ ਕਿ ਆਪਣੇ ਸਬਜੈਕਟ, ਤੇ ਕਿਰਿਆ ਯਾਨੀ ਕਿ ਵਰਬ ਵਾਕਾਂਸ਼। ਵਾਕਾਂਸ਼ ਦਾ ਮਤਲਬ ਹੈ ਜਿਹੜਾ ਹੈ ਫਰੇਜ਼। ਵਾਕਾਂਸ਼ ਨੂੰ ਮੈਂ ਤੁਹਾਨੂੰ ਦੱਸਿਆ ਸੀ ਫਰੇਜ਼ ਕਹਿੰਦੇ ਅੰਗਰੇਜ਼ੀ ਦੇ ਵਿੱਚ। ਸਧਾਰਨ ਵਾਕ ਦੇ ਲਾਜ਼ਮੀ ਤੱਤ ਹਨ। ਇਸ ਤੋਂ ਇਲਾਵਾ ਹੋਰ ਵਾਕਾਂਸ਼ ਜੁੜ ਕੇ ਸਧਾਰਨ ਵਾਕ ਦਾ ਵਿਸਥਾਰ ਜਿਹੜੇ ਨੇ ਉਹ ਕਰਦੇ ਰਹਿੰਦੇ ਹਨ। ਜਿਵੇਂ ਜਿਵੇਂ ਮਤਲਬ ਸ਼ਬਦ ਜੁੜਦੇ ਨੇ, ਜਿਵੇਂ ਤੁਹਾਨੂੰ ਮੈਂ ਉਦਾਹਰਨ ਦਿਆਂਗਾ ਵੀ ਸੀਤਾ ਪੜ੍ਹ ਰਹੀ ਹੈ। ਇਸ ਦੇ ਵਿੱਚ ਸੀਤਾ ਸਬਜੈਕਟ ਹੈ, ਪੜ੍ਹਨਾ ਵਰਬ ਹੈ। ਇਹਦੇ ਜੋ ਆਬਜੈਕਟ ਹੈ ਨਹੀਂਗਾ ਵੀ ਕਿਸ ਤੇ ਕੰਮ ਹੋ ਰਿਹਾ ਹੈ। ਇਹਦੇ ਵਿੱਚ ਕੀ ਪੜ੍ਹ ਰਹੀ ਹੈ ਇਸ ਦੇ ਬਾਰੇ ਕੋਈ ਪਤਾ ਨਹੀਂ। ਕਹਾਣੀ ਪੜ੍ਹ ਰਹੀ ਹੈ, ਕਵਿਤਾ ਪੜ੍ਹ ਰਹੀ ਹੈ, ਚੀਜ਼ ਦਾ ਉਲੇਖ ਵਿੱਚ ਨਹੀਂ ਕੀਤਾ ਉਹਨੇ। ਸੈਕੰਡ ਵਾਕ ਨੂੰ ਅਸੀਂ ਹੋਰ ਕਲੀਅਰ ਕਰਦੇ ਹਾਂ, ਸੀਤਾ ਕਿਤਾਬ ਪੜ੍ਹ ਰਹੀ ਹੈ। ਪਹਿਲਾਂ ਅਸੀਂ ਪੜ੍ਹ ਰਹੀ ਹੈ, ਹੁਣ ਜਿਹੜਾ ਇਸ ਦੇ ਵਿੱਚ ਕਿਤਾਬ ਸ਼ਬਦ ਯਾਨੀ ਕਿ ਆਬਜੈਕਟ ਜੋੜਤਾ, ਤੇ ਇਸ ਦੇ ਨਾਲ ਜਦੋਂ ਆਬਜੈਕਟ ਅਸੀਂ ਜੋੜਤਾ ਤਾਂ ਵਾਕ ਜਿਹੜਾ ਹੈ ਹੋਰ ਮਤਲਬ ਇਸ ਦੇ ਵਿੱਚ ਸਪਸ਼ਟ ਹੋ ਗਿਆ ਅੱਗੇ। ਤੇ ਇਸ ਵਾਕ ਦੇ ਵਿੱਚ ਜਦੋਂ ਸਧਾਰਨ ਵਾਕ ਵਜੋਂ ਜਿਹੜਾ ਇਹ ਵਾਕ ਅਸੀਂ ਮੰਨ ਸਕਦੇ ਹਾਂ, ਇਸ ਨੂੰ ਪਹਿਲੇ ਵਾਕ ਦੇ ਵਿੱਚ ਸਿਰਫ ਨਾਮ ਵਾਕਾਂਸ਼ ਅਤੇ ਕਿਰਿਆ ਵਾਕਾਂਸ਼ ਵਿਚਰ ਰਹੇ ਸਨ, ਸਾਡੇ ਸਾਹਮਣੇ ਆ ਰਹੇ ਸਨ। ਇਹ ਮਤਲਬ ਕਿ ਜਿਹੜਾ ਹੈ ਉਹ ਜਿਹੜਾ ਅਸੀਂ ਆਪਣਾ ਕਾਰਜ ਨਿਭਾ ਰਹੇ ਸਨ। ਤੇ ਜਦੋਂ ਦੂਜੇ ਵਾਕ ਦੇ ਵਿੱਚ ਜੋ ਨਾਮ ਵਾਕਾਂਸ਼ ਵਿਚਰ ਰਹੇ ਹਨ, ਪਹਿਲੇ ਵਾਕ ਦਾ ਕਰਤਾ ਨਾਮ ਵਾਕਾਂਸ਼ ਵਜੋਂ ਅਤੇ ਦੂਸਰਾ ਜਿਹੜਾ ਕਰਮ ਯਾਨੀ ਕਿ ਆਬਜੈਕਟ ਜਿਹੜਾ ਹੈ ਨਾਮ ਵਾਕਾਂਸ਼ ਦੀ ਭੂਮਿਕਾ ਜਿਹੜਾ ਹੈ
ਇਹ ਨਿਭਾ ਰਿਹਾ ਹੈ। ਵਾਕਾਂਸ਼ ਯਾਨੀ ਕਿ ਫਰੇਜ਼। ਤੇ ਜਿਹੜੀ ਦੂਸਰੀ ਜਿਹੜੀ ਕਿਸਮ ਆਪਾਂ ਡਿਸਕਸ ਕਰ ਰਹੇ ਹਾਂ ਉਹ ਕਰ ਰਹੇ ਹਾਂ ਸੰਯੁਕਤ ਵਾਕ। ਸੰਯੁਕਤ ਵਾਕ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਕੰਪਾਊਂਡ ਸੈਂਟੈਂਸ ਕਹਿੰਦੇ ਆ। ਤੇ ਸੰਯੁਕਤ ਵਾਕਾਂ ਦੀ ਬਣਤਰ ਜਿਹੜੀ ਹੈ ਉਹ ਸਾਂਝੀ ਹੁੰਦੀ ਹੈ, ਸਾਂਝੀ ਹੁੰਦੀ ਹੈ। ਇੱਥੇ ਜਿਹੜਾ ਹੈ ਅਸੀਂ ਇਹ ਕਹਿ ਸਕਦੇ ਹਾਂ ਵੀ ਬਰਾਬਰਤਾ ਰੱਖਣ ਵਾਲਾ ਹਰ ਪੱਖੋਂ ਜਿਹੜਾ ਹੈ ਇਸ ਵਾਕ ਦੇ ਵਿੱਚ ਜਿਹੜਾ ਹੈ, ਇਹਨਾਂ ਵਾਕਾਂ ਦੇ ਵਿੱਚ ਬਰਾਬਰਤਾ ਦੇ ਭਾਵ ਵਾਲੇ ਵਾਕ ਹੁੰਦੇ ਹਨ। ਇਹਨਾਂ ਦੀ ਬਣਤਰ ਵਿੱਚ ਦੋ ਜਾਂ ਦੋ ਤੋਂ ਵੱਧ ਸੁਤੰਤਰ ਉਪਵਾਕ ਵਿਚਰਦੇ ਹਨ। ਇਹਨਾਂ ਦੇ ਵਿੱਚ ਜਿਹੜਾ ਨਾ ਜਿਹੜੇ ਸੰਯੁਕਤ ਵਾਕ ਹੁੰਦੇ ਨੇ, ਇਹਨਾਂ ਦੇ ਵਿੱਚ ਦੋ ਜਾਂ ਇਸ ਤੋਂ ਵੱਧ ਜਿਹੜੇ ਨੇ ਸੁਤੰਤਰ ਵਾਕ ਜਿਹੜੇ ਨੇ ਹੋ ਸਕਦੇ ਨੇ। ਸੁਤੰਤਰ ਵਾਕ ਹੁੰਦੇ ਹਨ ਜਿਹੜੇ ਆਪਣਾ ਅਰਥ ਮਤਲਬ ਰੱਖਦੇ ਹਨ, ਤੇ ਉਪਵਾਕ ਜਿਹੜੀ ਇਸ ਨੂੰ ਕਲਾਜ ਕਹਿੰਦੇ ਆ। ਸਧਾਰਨ ਦੀ ਜਿਹੜਾ ਹੈ ਉਹ ਆਪਣੇ ਵਿਆਕਰਨ ਦੀ ਦ੍ਰਿਸ਼ਟੀ ਤੋਂ ਇਹ ਸੁਤੰਤਰ ਤੌਰ ਉੱਤੇ ਵਿਚਰਨ ਦੀ ਸਮਰੱਥਾ ਰੱਖਦੇ ਹਨ। ਸੁਤੰਤਰ ਦਾ ਮਤਲਬ ਜੇਕਰ ਇਹਨਾਂ ਨੂੰ ਅਸੀਂ ਅੱਡ-ਅੱਡ ਕਰਦੇ ਹਾਂ ਤਾਂ ਇਹਨਾਂ ਦੇ ਅਸੀਂ ਜਿਹੜੇ ਅਰਥ ਸਮਝ ਸਕਦੇ ਹਾਂ। ਸੰਯੁਕਤ ਵਾਕਾਂ ਵਿਚਲੇ ਦੋ ਜਾਂ ਦੋ ਤੋਂ ਵੱਧ ਸੁਤੰਤਰ ਸਧਾਰਨ ਜਾਂ ਸਮਾਨ ਉਪਵਾਕਾਂ ਨੂੰ ਕੌਮਾ ਜਿਹੜਾ ਪੰਕਚੁਏਸ਼ਨ ਦਾ ਜਿਹੜਾ ਹੈ ਆਪਣੇ ਚਿੰਨ੍ਹ ਹੈਗਾ, ਜਦੋਂ ਅਸੀਂ ਕੋਈ ਗੱਲ ਕਰਦੇ ਹਾਂ ਤਾਂ ਡੰਡੀ ਉੱਥੇ ਲੱਗਦੀ ਜਿੱਥੇ ਅਸੀਂ ਆਪਣੀ ਗੱਲ ਪੂਰੀ ਕਰ ਲਈ ਹੁੰਦੀ ਆ। ਵਾਕ ਦੇ ਵਿੱਚ ਪੂਰੀ ਗੱਲ ਕਰ ਲੈਂਦੇ ਹਾਂ ਤਾਂ ਡੰਡੀ ਲੱਗ ਜਾਂਦੀ, ਲੇਕਿਨ ਜਦੋਂ ਥੋੜੇ ਸਮੇਂ ਦਾ ਠਹਿਰਾਵ ਕਿਧਰੇ ਆਉਂਦਾ ਹੈ ਤਾਂ ਉੱਥੇ ਅਸੀਂ ਕਾਮੇ ਦੀ ਵਰਤੋਂ ਕਰਦੇ ਹਾਂ। ਜਾਂ ਤੇ ਅਤੇ ਪਰ ਜਾਂ ਚਾਹੇ ਫਿਰ ਵੀ ਪਰੰਤੂ ਸਗੋਂ ਆਦ ਸਮਾਨ ਯੋਜਕਾਂ ਦੇ ਨਾਲ ਜਿਹੜੇ ਵਾਕ ਜਿਹੜਾ ਹੈ ਇਹ ਇਸ ਨੂੰ ਜੋੜਿਆ ਹੁੰਦਾ ਹੈ। ਤੇ ਥੱਲੇ ਮੈਂ ਤੁਹਾਨੂੰ ਉਦਾਹਰਨ ਜਿਹੜੀ ਹੈ ਦਿਆਂਗਾ। ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ, ਇਸ ਦੇ ਵਿੱਚ ਜਾਂ ਸ਼ਬਦ ਆ ਗਿਆ। ਰਾਹ ਪਿਆ ਜਾਣੀਏ ਇਸ ਦੇ ਅਰਥ ਅਸੀਂ ਕਰ ਸਕਦੇ ਹਾਂ, ਵਾਹ ਪਿਆ ਜਾਣੀਏ ਇਸ ਦੇ ਕਰ ਸਕਦੇ ਹਾਂ। ਇਸ ਵਾਕ ਦੇ ਜਿਹੜੇ ਦੋ ਟੋਟੇ ਹੋ ਸਕਦੇ ਹਨ। ਤੇ ਜਾਂ ਸ਼ਬਦ ਇੱਕ ਅਜਿਹਾ ਸ਼ਬਦ ਹੈ ਜਿਹੜਾ ਇਹਨਾਂ ਦੋ ਸਧਾਰਨ ਵਾਕਾਂ ਨੂੰ ਆਪਸ ਦੇ ਵਿੱਚ ਜੋੜਦਾ ਹੈ ਤੇ ਇਹਨਾਂ ਨੂੰ ਕੀ ਬਣਾਉਂਦਾ ਹੈ, ਸੰਯੁਕਤ ਵਾਕ ਬਣਾਉਂਦਾ ਹੈ। ਦੈਨ ਦੂਜੀ ਜਿਹੜੀ ਉਦਾਹਰਨ ਹੈ ਉਹ ਹੈ ਖੁਸ਼ਬੂ ਕਵਿਤਾ ਬੋਲਦੀ ਰਹੀ ਅਤੇ ਮੈਂ ਕਵਿਤਾ ਲਿਖਦੀ ਰਹੀ। ਇਸ ਦੇ ਵਿੱਚ ਅਤੇ ਸ਼ਬਦ ਆ ਗਿਆ। ਖੁਸ਼ਬੂ ਜਿਹੜੀ ਕਵਿਤਾ ਬੋਲਦੀ ਸੀ, ਅੱਗੇ ਉਹ ਨਾਲ ਉਹ ਲਿਖਦੀ ਸੀ। ਤੇ ਨੈਕਸਟ ਉਦਾਹਰਨ ਜਿਹੜੀ ਇਸ ਨੂੰ ਹੋਰ ਕਲੀਅਰ ਕਰੂਗੀ। ਜਿਉਂਦੀ ਮੱਛੀ ਵਹਿਣ ਦੇ ਵਿਰੁੱਧ ਚਲਦੀ ਹੈ ਪਰ ਮਰੀ ਹੋਈ ਵਹਿਣ ਦੇ ਨਾਲ ਚਲਦੀ ਹੈ। ਇਸ ਦੇ ਵਿੱਚ ਦੋ ਵਾਕ ਨੇ, ਸੰਯੁਕਤ ਵਾਕ ਹੈ, ਪਰੰਤੂ ਇਸ ਦੇ ਵਿੱਚ ਕੀ ਪਰ ਸ਼ਬਦ ਜਿਹੜਾ ਹੈ, ਜਿਹੜਾ ਕੰਜੰਕਸ਼ਨ ਜਿਹੜੀ ਹੈ ਉਹ ਇਹਨਾਂ ਦੋਵਾਂ ਨੂੰ ਜੋੜ ਕੇ ਤੇ ਇਹ ਜਿਹੜਾ ਕੰਪਾਊਂਡ ਸੈਂਟੈਂਸ ਸੰਯੁਕਤ ਵਾਕ ਬਣਾਉਂਦੀ ਹੈ। ਇਹਨਾਂ ਮਤਲਬ ਜਿਹੜੇ ਵਾਕ ਆਪਾਂ ਡਿਸਕਸ ਕੀਤੇ ਨੇ, ਇਹਨਾਂ ਦੇ ਵਿੱਚ ਜਾਂ ਪਰ ਇਹ ਸ਼ਬਦ ਅਸੀਂ ਦੇਖੇ ਨੇ, ਇਹ ਸਮਾਨ ਯੋਜਕਾਂ ਦੇ ਨਾਲ ਬਣੇ ਹੋਏ ਨੇ। ਤੇ ਇਹਨਾਂ ਸੰਯੁਕਤ ਵਾਕਾਂ ਵਿਚਲੇ ਉਪਵਾਕਾਂ ਨੂੰ ਜੇਕਰ ਇੱਕ ਦੂਸਰੇ ਤੋਂ ਵੱਖ ਵੀ ਕਰ ਦਈਏ, ਯਾਨੀ ਕਿ ਰਾਹ ਪਿਆ ਜਾਣੀਏ ਨੂੰ ਵੱਖ ਕਰ ਦਈਏ, ਵਾਹ ਪਿਆ ਜਾਣੀਏ ਨੂੰ ਵੱਖ ਕਰ ਦਈਏ, ਤਾਂ ਇਹ ਵਾਕ ਜਿਹੜੇ ਨੇ ਸੁਤੰਤਰ ਰੂਪ ਦੇ ਵਿੱਚ ਵਿਚਰਨ ਦੀ ਸਮਰੱਥਾ ਰੱਖਦੇ ਹਨ। ਭਾਵ ਇਹ ਆਪਣਾ ਅਰਥ ਨਹੀਂ ਖੋਂਦੇ, ਇਹ ਆਪਣਾ ਅਰਥ ਨਹੀਂ ਗਵਾਉਂਦੇ ਜੇ ਇਹਨਾਂ ਨੂੰ ਅੱਡ ਵੀ ਕਰ ਦਈਏ ਤਾਂ, ਕਿਉਂਕਿ ਮਤਲਬ ਜਿਹੜੇ ਵਾਕ ਜਿਹੜੇ ਨੇ ਇੱਕ ਦੂਜੇ ਤੇ ਨਿਰਭਰ ਨੇ। ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ, ਭਾਵੇਂ ਇਹਨਾਂ ਦੇ ਅਰਥ ਵੱਖਰੇ ਵੱਖਰੇ ਨੇ, ਪਰੰਤੂ ਜਦੋਂ ਇਹ ਇਕੱਠੇ ਜੁੜ ਕੇ ਆਣਗੇ ਤਾਂ ਸੰਯੁਕਤ ਵਾਕ ਬਣੇਗਾ। ਅਤੇ ਜਿਹੜਾ ਖੁਸ਼ਬੂ ਕਵਿਤਾ ਬੋਲਦੀ ਰਹੀ ਅਤੇ ਮੈਂ ਲਿਖਦੀ ਰਹੀ, ਦੇ ਵਿੱਚ ਅਤੇ ਸ਼ਬਦ ਇਹਨਾਂ ਦੋਵਾਂ ਨੂੰ ਜੋੜਦਾ ਹੈ। ਜਿਉਂਦੀ ਜਿਹੜੀ ਮੱਛੀ ਜਿਹੜੀ ਵਹਿਣ ਦੇ ਵਿਰੁੱਧ ਚੱਲਦੀ ਹੈ, ਪਰ ਮਰੀ ਹੋਈ ਮੱਛੀ ਜਿਹੜੀ ਹੈ ਇਹ ਵਹਿਣ ਦੇ ਨਾਲ ਚੱਲਦੀ ਹੈ, ਪਰ ਸ਼ਬਦ ਆ ਗਿਆ। ਤਾਂ ਬੇਟਾ ਇਹ ਜਿਹੜਾ ਤੁਹਾਡਾ ਜਿਹੜਾ ਲੈਸਨ ਹੈਗਾ ਇਹ ਇਹਦੇ ਤੁਸੀਂ ਧਿਆਨ ਨਾਲ ਜਿਹੜਾ ਸੁਣਦੇ ਜਾਓ। ਅੱਗੇ ਆ ਗਿਆ ਮਿਸ਼ਰਤ ਵਾਕ। ਤੇ ਜਿਹੜੇ ਮਿਸ਼ਰਤ ਵਾਕ ਜਿਹੜੇ ਹੁੰਦੇ ਨੇ, ਇਹ ਮਿਸ਼ਰਤ ਇਸ ਦੇ ਨਾਂ ਤੋਂ ਹੀ ਭਾਵ ਵੀ ਮਿਸ਼ਰਣ ਹੈ। ਇਹ ਮਤਲਬ ਕਈ ਵਾਕਾਂ ਦਾ ਮਿਸ਼ਰਣ ਮਿਲਗੋਬਾ ਹੈ। ਮਿਸ਼ਰਤ ਵਾਕਾਂ ਦੀ ਬਣਤਰ ਜਿਹੜੀ ਹੈ ਅਸਾਵੀ ਮਤਲਬ ਸਮਾਨ ਨਹੀਂ, ਬਰਾਬਰ ਨਹੀਂ, ਅਸਾਵੀ ਮੰਨੀ ਜਾਂਦੀ ਹੈ। ਭਾਵ ਕਿ ਇਸ ਵਿਚਲੇ ਉਪਵਾਕ ਬਰਾਬਰਤਾ ਦੇ ਪੱਧਰ ਦੇ ਉੱਤੇ ਨਹੀਂ ਵਿਚਰ ਸਕਦੇ, ਵੀ ਇਹ ਜਿਹੜੇ ਨੇ ਬਰਾਬਰ ਜਿਹੜੇ ਨੇ ਉਹ ਨਹੀਂ ਹੁੰਦੇ। ਮਿਸ਼ਰਤ ਵਾਕ ਦੀ ਬਣਤਰ ਵਿੱਚ ਇੱਕ ਮੁੱਖ ਵਾਕ ਤੇ ਇੱਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਕਾਰਜਸ਼ੀਲ ਹੁੰਦੇ ਹਨ। ਮੁੱਖ ਵਾਕ ਪ੍ਰਿੰਸੀਪਲ ਕਲਾਜ਼ ਤੇ ਅਧੀਨ ਵਾਕ ਜਿਹੜੀ ਸਬੋਰਡੀਨੇਟ ਕਲਾਜ਼।
ਇਹਦੇ ਵਿੱਚ ਜਿਹੜਾ ਹੈ ਪ੍ਰਿੰਸੀਪਲ ਕਲਾਜ਼ ਇੱਕ ਹੁੰਦੀ ਹੈ ਇਹਨਾਂ ਵਾਕਾਂ ਦੇ ਵਿੱਚ, ਤੇ ਅੱਗੇ ਸਬੋਰਡੀਨੇਟ ਕਲਾਜ਼ਿਜ ਅੱਗੇ ਕਈ ਹੋ ਸਕਦੀਆਂ ਨੇ। ਮੁੱਖ ਉਪਵਾਕ ਸੁਤੰਤਰ ਤੌਰ ਤੇ ਵਿਚਰਨ ਦੀ ਸਮਰੱਥਾ ਰੱਖਦਾ ਹੈ, ਯਾਨੀ ਕਿ ਪ੍ਰਿੰਸੀਪਲ ਕਲਾਜ਼ ਜਿਹੜਾ ਹੈ ਉਹ ਸੁਤੰਤਰ ਤੌਰ ਤੇ ਜਿਹੜਾ ਹੈ ਇਸ ਨੂੰ ਅਸੀਂ ਵਿਚਾਰ ਸਕਦੇ ਹਾਂ, ਇਹਦੇ ਤੋਂ ਅਸੀਂ ਅਰਥ ਗ੍ਰਹਿਣ ਕਰ ਸਕਦੇ ਹਾਂ। ਪਰੰਤੂ ਅਧੀਨ ਵਾਕ ਯਾਨੀ ਕਿ ਸਬੋਰਡੀਨੇਟ ਜਿਹੜਾ ਕਲਾਜ਼ ਜਿਹੜੀ ਹੈ, ਅਧੀਨ ਉਪਵਾਕ ਜਿਹੜਾ ਹੈ, ਸੁਤੰਤਰ ਤੌਰ ਤੇ ਅਸੀਂ ਇਹ ਨਹੀਂ ਵਿਚਰ ਸਕਦੇ, ਅਸੀਂ ਸੁਤੰਤਰ ਤੌਰ ਤੇ ਇਹਨਾਂ ਦਾ ਕੋਈ ਅਰਥ ਨਹੀਂ ਕੱਢ ਸਕਦੇ। ਇਹ ਤਾਂ ਕਿਸੇ ਮੁੱਖ ਉਪਵਾਕ ਨਾਲ ਆ ਕੇ ਹੀ ਸਾਰਥਕਤਾ ਗ੍ਰਹਿਣ ਕਰਦੇ ਹਨ। ਭਾਵ ਸਬੋਰਡੀਨੇਟ ਕਲਾਜ਼ ਜਿਹੜੀ ਹੈ ਇਹਨਾਂ ਵਾਕਾਂ ਦੇ ਵਿੱਚ ਜਦੋਂ ਪ੍ਰਿੰਸੀਪਲ ਕਲਾਜ਼ ਦੇ ਨਾਲ ਆਉਂਦੀ ਹੈ ਤਾਂ ਉਦੋਂ ਹੀ ਸਾਨੂੰ ਉਸ ਸਾਰੇ ਵਾਕ ਦੇ ਜਿਹੜੇ ਅਸੀਂ ਅਰਥ ਗ੍ਰਹਿਣ ਕਰ ਸਕਦੇ ਹਾਂ। ਪੰਜਾਬੀ ਭਾਸ਼ਾ ਦੇ ਵਿੱਚ ਜਿਹੜਾ ਹੈ ਅਧੀਨ ਉਪਵਾਕ ਯੋਜਕਾਂ ਯਾਨੀ ਕਿ ਕੰਜੰਕਸ਼ਨ ਜਿਹੜੇ ਕਿ ਇਹਨਾਂ ਨੂੰ ਇਕੱਠਿਆਂ ਕਰਦੇ ਹਨ। ਯੋਜਕਾਂ ਕਿਉਂ? ਜੋ, ਜਿਹੜਾ, ਜਿਸ, ਜਿਵੇਂ, ਜਦੋਂ, ਜਿਸ ਤਰ੍ਹਾਂ, ਜੇ, ਕੀ, ਇਹਨਾਂ ਵਾਕਾਂ ਦੇ ਇਹਨਾਂ ਸ਼ਬਦਾਂ ਦੇ ਨਾਲ ਇਹ ਵਾਕ ਸ਼ੁਰੂ ਹੁੰਦੇ ਹਨ ਤੇ ਇਹ ਸਾਰੇ ਅਧੀਨ ਵਾਕ ਯੋਜਕਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਹਨ, ਯਾਨੀ ਕਿ ਕੰਜੰਕਸ਼ਨਸ ਦੀ ਕਲਾਸ ਦੇ ਵਿੱਚ ਆਉਂਦੇ ਨੇ। ਤੇ ਉਦਾਹਰਨ ਜਿਹੜੀ ਹੈ ਉਹ ਅਸੀਂ ਹੇਠਾਂ ਤੁਹਾਨੂੰ ਜਿਹੜਾ ਮੈਂ ਡਿਸਕਸ ਕਰਦਾ ਉਹਦੇ ਨਾਲ। ਜਿਵੇਂ ਉਸਨੇ ਕਿਹਾ ਕਿ ਅੱਜ ਤੋਂ ਸਾਡੇ ਸਕੂਲ ਵਿੱਚ ਵਿਗਿਆਨ ਮੇਲਾ ਸ਼ੁਰੂ ਹੋ ਗਿਆ ਹੈ। ਸੈਕੰਡ ਸੈਂਟੈਂਸ ਹੈ, ਕੁਝ ਵਿਦਿਆਰਥੀ ਅਜੇ ਵੀ ਹੁੰਦੇ ਹਨ ਜਿਹੜੇ ਆਪਣੇ ਅਧਿਆਪਕਾਂ ਦਾ ਨਾਂ ਰੁਸ਼ਨਾ ਦਿੰਦੇ ਹਨ। ਆ ਤੁਹਾਨੂੰ ਦੋ ਉਦਾਹਰਨਾਂ ਦਿੱਤੀਆਂ ਨੇ। ਇਹਨਾਂ ਵਾਕਾਂ ਵਿੱਚ ਮਤਲਬ ਉਸਨੇ ਕਿਹਾ ਉਪਵਾਕ ਜਿਹੜਾ ਹੈ ਮੁੱਖ ਉਪਵਾਕ ਹੈ ਤੇ ਅਜਿਹੇ ਜਿਹੜੇ ਉਪਵਾਕ ਦਾ ਅਰਥ ਪ੍ਰਗਟ ਕਰਨ ਲਈ ਇੱਕ ਦੂਜੇ ਤੇ ਨਿਰਭਰ ਹਨ। ਕਿ ਅੱਜ ਤੋਂ ਸਾਡੇ ਸਕੂਲ ਵਿੱਚ ਵਿਗਿਆਨ ਮੇਲਾ ਸ਼ੁਰੂ ਹੋ ਗਿਆ ਹੈ, ਇਹ ਸਬੋਰਡੀਨੇਟ ਕਲਾਜ਼ ਹੈ। ਇਹ ਪਹਿਲੇ ਮਤਲਬ ਮੁੱਖ ਕਲਾਜ਼ ਦੇ ਨਾਲ ਆ ਕੇ ਹੀ, ਪ੍ਰਿੰਸੀਪਲ ਕਲਾਜ਼ ਦੇ ਨਾਲ ਆ ਕੇ ਹੀ, ਮੁੱਖ ਜਿਹੜਾ ਹੈ ਉਹ ਇਹਨਾਂ ਨਾਲ ਆ ਕੇ ਹੀ ਇਹ ਵਾਕ ਆਪਣੇ ਆਪ ਦੇ ਵਿੱਚ ਪੂਰੇ ਅਰਥ ਦਿੰਦਾ ਹੈ। ਇਸੇ ਪ੍ਰਕਾਰ ਹੀ ਕੁਝ ਵਿਦਿਆਰਥੀ ਅਜੇ ਵੀ ਹੁੰਦੇ ਹਨ, ਇਹ ਸਬੋਰਡੀਨੇਟ ਕਲਾਜ਼ ਦੇ ਵਿੱਚ ਜਿਹੜੇ ਕਿ ਇਸ ਦਾ ਅਸੀਂ ਕੁਝ ਅਰਥ ਨਹੀਂ ਗ੍ਰਹਿਣ ਕਰ ਸਕਦੇ, ਜਿਹੜੇ ਆਪਣੇ ਮਾਪਿਆਂ ਦਾ ਅਧਿਆਪਕਾਂ ਦਾ ਨਾਂ ਰੁਸ਼ਨਾ ਦਿੰਦੇ ਹਨ, ਇਹ ਪ੍ਰਿੰਸੀਪਲ ਕਲਾਜ਼ ਹੈ। ਤੇ ਜਦੋਂ ਇਹ ਵਾਕ ਪ੍ਰਿੰਸੀਪਲ ਕਲਾਜ਼ ਦੇ ਨਾਲ ਜਿਹੜਾ ਭਾਗ ਆਊਗਾ ਸਬੋਰਡੀਨੇਟ ਕਲਾਜ਼ ਦਾ, ਤਾਂ ਇਹ ਜਿਹੜੇ ਪੂਰੇ ਜਿਹੜੇ ਅਰਥ ਜਿਹੜੇ ਅਸੀਂ ਇਸ ਦੇ ਜਿਹੜੇ ਗ੍ਰਹਿਣ ਕਰ ਸਕਦੇ ਹਾਂ। ਤਾਂ ਬੇਟਾ ਵੀਡੀਓ ਤੁਹਾਡੀ ਜਿਹੜੀ 17 ਮਿੰਟਾਂ ਤੋਂ ਉੱਪਰ ਦੀ ਹੋ ਗਈ ਹੈ ਤੇ ਬੀ ਸੇਫ ਐਟ ਹੋਮ ਤੇ ਆਪਣੇ ਆਪ ਨੂੰ ਦੀ ਪੜ੍ਹਾਈ ਦੇ ਵਿੱਚ ਜਿਹੜਾ ਹੈ ਉਹ ਰੱਖੋ। ਤੇ ਆ ਜਿਹੜੀ ਵੀਡੀਓ ਜਿਹੜੀ ਹੈ ਉਹ ਆਪਣੇ ਸਕੂਲ ਦੇ ਜਿਹੜੇ ਚੈਨਲ ਆਪਾਂ ਸ਼ੁਰੂ ਕੀਤਾ ਹੈ YouTube ਤੇ ਇਸ ਤੇ ਅਪਲੋਡ ਕਰਾਂਗੇ। WhatsApp ਤੇ ਇਸ ਨੂੰ ਅਪਲੋਡ ਨਹੀਂ ਕਰਾਂਗੇ। ਇਸ ਕਰਕੇ ਤੁਸੀਂ YouTube ਦੇ ਉੱਤੇ ਜਿਹੜਾ ਹੈ ਜਾ ਕੇ ਇਸ ਨੂੰ ਸੁਣੋ, ਦੇਖੋ ਤੇ ਆਪਣਾ ਜਿਹੜਾ ਹੈ ਇਸ ਨੂੰ ਆਪਣੇ ਯਾਰਾਂ ਦੋਸਤਾਂ ਦੇ ਨਾਲ, ਸਕੇ ਸੰਬੰਧੀਆਂ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ, ਜਿਸ ਨੂੰ ਵੀ ਇਸ ਲੈਕਚਰ ਦਾ ਫਾਇਦਾ ਹੋ ਸਕਦਾ ਹੈ, ਉਹਨਾਂ ਨੂੰ ਸ਼ੇਅਰ ਕਰੋ ਤੇ ਆਪਣੇ ਜਿਹੜੇ ਨੇ ਬੈਲ ਆਈਕਨ ਨੂੰ ਦਾ ਬਟਨ ਦਬਾਓ ਤਾਂ ਜੋ ਤੁਹਾਡੇ ਤੱਕ ਜਿਹੜੇ ਆ ਲੈਕਚਰਸ ਸੰਬੰਧੀ ਨੋਟੀਫਿਕੇਸ਼ਨ ਜਿਹੜੇ ਨੇ ਉਹ ਪਹੁੰਚ ਸਕਣ। ਇਸ ਕਰਕੇ ਇਹ ਮੈਂ ਅੱਜ ਆ ਲੈਕਚਰ ਹੁਣ ਇੱਥੇ ਪੂਰਨ ਵਿਰਾਮ ਦੇਣਾ। ਸਵੇਰੇ ਇਸ ਦਾ 5ਵਾਂ ਪਾਰਟ ਜਿਹੜਾ ਆਪਾਂ ਸ਼ੁਰੂ ਕਰਾਂਗੇ, 5ਵਾਂ ਭਾਗ ਲੈਕਚਰਾਂ ਦੀ ਲੜੀ ਦਾ ਸ਼ੁਰੂ ਕਰਾਂਗੇ ਤੇ ਕਾਰਜ ਦੇ ਉੱਤੇ ਜਿਹੜਾ ਹੋਏਗਾ ਵੀ ਕਾਰਜ ਦੇ ਆਧਾਰ ਤੇ ਅਸੀਂ ਵਾਕ ਜਿਹੜੇ ਨੇ, ਪਹਿਲਾਂ ਤਾਂ ਬਣਤਰ ਦੇ ਆਧਾਰ ਤੇ ਅਸੀਂ ਜਿਹੜੇ ਸੀ ਉਹ ਵਾਕਾਂ ਦੀਆਂ ਕਿਸਮਾਂ ਆਪਾਂ ਮੈਂ ਡਿਸਕਸ ਕੀਤੀਆਂ ਤੁਹਾਡੇ ਨਾਲ ਤੇ ਸਵੇਰੇ ਜਿਹੜਾ ਹੈ ਆਪਾਂ ਲੈਕਚਰ ਦੀ ਲੜੀ ਨੂੰ ਅੱਗੇ ਤੋਰਾਂਗੇ ਕਿ ਕਾਰਜ ਦੇ ਆਧਾਰ ਤੇ ਵਾਕਾਂ ਦੀਆਂ ਕੀ ਕਿਸਮਾਂ ਹਨ। ਥੈਂਕ ਯੂ ਵੈਰੀ ਮਚ।